हर का प्यारा सो सबना का प्यारा। जो 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 हर का प्यारा सो सबना का प्यारा। हर का प्यारा सो सबना का प्यारा। जो हर का प्यारा सो सबना का प्यारा। और केती चक चक आवे जावे। और केती चक चक आवे जावे। जो हर का प्यारा सो सबना का प्यारा। 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 और केती चक चक आवे जावे। और केती चक चक आवे जावे। जो हर का प्यारा सो सबना का प्यारा। हर का प्यारा सो सबना का प्यारा। जो हर का प्यारा सो सबना का प्यारा। हर का प्यारा सो सबना का प्यारा। कृपाल होवे हर स्वामी। जाय आप कृपाल होवे हे स्वामी। जाय आप कृपाल होवे हर स्वामी। आप कृपाल होवे हे स्वामी। तां अपना नाम हर आप जपावे। तां अपना नाम हर आप जपावे। हर आप जपावे। हर आप जपावे। जो हर का प्यारा सो सबना का प्यारा। जो हर का प्यारा सो सबना का प्यारा। होर केती चक चक आवे जावे। और खेती चक चक आवे जावे। जो हर का प्यारा सो सबना का प्यारा। जो हर का प्यारा सो सबना का प्यारा।
ਆਪੇ ਸਤਿਗੁਰ ਮੇਲ ਸੁਖ ਦੇਵੈ 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 ਆਪਣਾ ਸੇਵਕ ਆਪ ਹਰ ਪਾਵੈ 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 ਆਪ ਹਰ ਭਾਵੈ ਆਪ ਹਰ ਭਾਵੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਚੱਕ ਚੱਕ ਆਵੈ ਜਾਵੈ ਹੋਰ ਕੀਤੀ ਜਗ ਜਗ ਆਵੈ ਜਾਵੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਆਪਣੇ ਸੇਵਕ ਕੀ ਆਪ ਪੈਜ ਰੱਖੈ ਆਪਣੇ ਸੇਵਕਾਂ ਕੀ ਆਪ ਪੈਜ ਰੱਖੈ ਆਪਣੇ ਸੇਵਕਾਂ ਕੀ ਆਪ ਪੈਜ ਰੱਖੈ ਆਪਣੇ ਸੇਵਕਾਂ ਕੀ ਆਪ ਪੈਜ ਰੱਖੈ ਆਪਣੇ ਭਗਤਾਂ ਕੀ ਪੈਰੀ ਪਾਵੈ 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 ਪੈਰੀ ਪਾਵੈ ਪੈਰੀ ਪਾਵੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਚੱਕ ਚੱਕ ਆਵੈ ਜਾਵੈ ਹੋਰ ਕੀਤੀ ਜਗ ਜਗ ਆਵੈ ਜਾਵੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਧਰਮ ਰਾਏ ਹੈ ਹਰ ਕਾ ਕੀਆ 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 ਧਰਮ ਰਾਏ ਹੈ
हर का किया। धर्म राए है हर का किया। हर जन सेवक नेड़ न आवे। 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 नेड़ न आवे, नेड़ न आवे। जो हर का प्यारा सो सपना का प्यारा। जो हर का प्यारा सो सपना का प्यारा। होर खेती चक चक आवे जावे। और खेती चक चक आवे जावे। होर खेती चक चक आवे जावे। और खेती चक चक आवे जावे। जो हर का प्यारा सो सपना का प्यारा। जो हर का प्यारा सो सपना का प्यारा। वाहिगुरु 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 वाहिगुरु
ਮਿਲ ਮੇਰੇ ਗੋਬਿੰਦ ਮੇਰੇ ਗੋਬਿੰਦ ਮਿਲ 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 ਮੇਰੇ ਗੋਬਿੰਦ ਆਪਣਾ ਨਾਮ ਦੇਵੋ ਆਪਣਾ ਨਾਮ ਦਿਓ ਆਪਣਾ ਨਾਮ ਦੇਵੋ ਆਪਣਾ ਨਾਮ ਦਿਓ ਮਿਲ ਮੇਰੇ ਗੋਬਿੰਦ ਮਿਲ ਮੇਰੇ ਗੋਬਿੰਦ ਮੇਰੇ ਗੋਬਿੰਦ ਮਿਲ ਮੇਰੇ ਗੋਬਿੰਦ ਮਿਲ ਮੇਰੇ ਗੋਬਿੰਦ ਮਿਲ ਮੇਰੇ ਗੋਬਿੰਦ ਮੇਰੇ ਗੋਬਿੰਦ ਮਿਲ ਮੇਰੇ ਗੋਬਿੰਦ ਵਾਹਿਗੁਰੂ 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 ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਗੁਰੂ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਤਰਸ ਪਿਆ ਮਿਹਰਾਮਤ ਹੋਈ ਰਸ ਪਿਆ ਮੇਰਾ ਮਤ ਹੋਈ ਤਰਸ ਪਿਆ ਮਿਹਰਾਮਤ ਹੋਈ ਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ 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 ਵਾਹਿਗੁਰੂ 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 ਵਾਹਿਗੁਰੂ
हरिया पाई, हर का नाम ध्याए कै वो हरिया पाई। कर्म लखन तै पाई है एह रुत सुहाई, वण तृण त्रिभुवन मौले आए अमृत फल पाई। मिल साधु सुखी उपजै लथी सब छाई, नानक सिमरै एक नाम फिर बहुड़ निताई। वाहिगुरु 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 जो हर का प्यारा सो सबना का प्यारा, 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 जो हर का प्यारा सो सबना का प्यारा। ਇੱਥੇ ਫਿਰ ਦਿੱਲੀ ਸ਼ਹਿਰ ਦੇ ਵਿੱਚ ਇੱਕ ਪੰਡਤ ਨੇ ਆਪਣੀ ਪੁੱਤਰੀ ਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਮੰਨ ਕੇ ਬੀਬੀ ਲਾਜਵੰਤੀ ਦਾ ਵਿਆਹ ਬਾਬੇ ਸਦਾਨੰਦ ਨਾਲ ਕੀਤਾ। ਸਮਾਂ ਹੋਇਆ
ਪਟਨੇ ਸ਼ਹਿਰ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਪਹੁੰਚਦੇ ਨੇ ਤੇ ਇੰਨਾ ਪਿਆਰ ਇੰਨਾ ਸਤਿਕਾਰ ਗੁਰੂ ਘਰ ਦੇ ਵਿੱਚ, ਜਿਸ ਪਟਨੇ ਸ਼ਹਿਰ ਜਿਸ ਮਹਿਲ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੁੰਦੇ ਨੇ, ਉਸੇ ਆਂਗਣ ਵਿੱਚ ਹੀ ਬਾਬਾ ਸਦਾਨੰਦ ਜੀ ਦੇ ਗ੍ਰਹਿ ਵਿਖੇ ਧੰਨ ਬਾਬਾ ਜੀਵਨ ਸਿੰਘ ਸਾਹਿਬ, ਧੰਨ ਭਾਈ ਸੰਗਤ ਸਿੰਘ ਸਾਹਿਬ, ਇਹਨਾਂ ਦੇ ਵੱਡੇ ਭਰਾਤਾ, ਉਹ ਵੀ ਉੱਥੇ ਹੀ ਜਨਮ ਲੈਂਦੇ ਨੇ। ਬਾਬਾ ਸਦਾਨੰਦ ਜੀ ਦੇ ਸੁਪੁੱਤਰ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ, ਪਹਿਲਾ ਨਾਮ ਭਾਈ ਜੈਤਾ ਜੀ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਰੱਖਿਆ ਗਿਆ। ਤੇ ਮੈਂ ਬੇਨਤੀ ਕਰਾਂ, ਇਸ ਪਰਿਵਾਰ ਦਾ ਸੰਬੰਧ ਇੱਥੇ ਹੀ ਨਹੀਂ ਜੁੜਿਆ, ਇਸ ਪਰਿਵਾਰ ਦਾ ਸੰਬੰਧ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜਿਆ ਹੈ। ਬਾਬਾ ਕਲਿਆਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਸਿੱਖੀ ਪ੍ਰਾਪਤ ਕੀਤੀ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ। ਉਹਨਾਂ ਦੇ ਪੁੱਤਰ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ। ਉਹਨਾਂ ਦੇ ਪੁੱਤਰ ਨੇ ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਸੇਵਾ ਕੀਤੀ। ਉਹਨਾਂ ਦੇ ਪੁੱਤਰ ਨੇ ਗੁਰੂ ਅਰਜਨ ਦੇਵ ਮਹਾਰਾਜ। ਇਦਾਂ ਇੱਕ ਲੜੀ ਚੱਲੀ ਆਉਂਦੀ ਗੁਰੂ ਨਾਨਕ ਸਾਹਿਬ ਤੋਂ। ਇਸ ਪਰਿਵਾਰ ਦੀ ਇੰਨੀ ਬੰਦਗੀ ਹੈ, ਇੰਨੀ ਕਮਾਈ ਹੈ। ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਪ੍ਰਗਟ ਹੁੰਦੇ ਨੇ ਤੇ ਪਰਿਵਾਰ ਗੁਰੂ ਘਰ ਨਾਲ ਉਦੋਂ ਹੀ ਜੁੜ ਜਾਂਦਾ ਹੈ। ਤੇ ਇਹ ਪਰਿਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ ਵੱਡੀਆਂ ਸੇਵਾਵਾਂ ਤੇ ਕੁਰਬਾਨੀਆਂ ਕਰਦਾ ਹੈ। ਮੈਂ ਬੇਨਤੀ ਕਰਾਂਗਾ, ਜਿਸ ਵਿਹੜੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਾਲਕ ਬਚਪਨ ਬਤੀਤ ਹੋਇਆ, ਮਹਾਰਾਜ ਜੀ ਨੇ ਬਾਲ ਲੀਲਾ ਕੀਤੀ ਹੈ ਆਪਣੇ ਸਾਥੀਆਂ ਨਾਲ, ਬੱਚਿਆਂ ਨਾਲ। ਉਸੇ ਆਂਗਨ ਵਿਹੜੇ ਵਿੱਚ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ ਦਾ ਬਚਪਨ ਬਤੀਤ ਹੋਇਆ ਹੈ, ਇਕੱਠਿਆਂ ਰਹਿ ਕੇ। ਕਿੰਨੀ ਕਮਾਈ ਹੋਵੇਗੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਨੀਆ ਤੇ ਪ੍ਰਗਟ ਹੁੰਦੇ ਨੇ ਤੇ ਉਹਨਾਂ ਦੇ ਸਾਥੀ ਬਣਨ ਲਈ, ਉਹਨਾਂ ਦੇ ਸੇਵਕ ਬਣਨ ਲਈ, ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ ਨਾਲ ਹੀ ਧੰਨ ਬਾਬਾ ਜੀਵਨ ਸਿੰਘ ਜੀ ਵੀ ਪ੍ਰਗਟ ਹੁੰਦੇ ਨੇ ਨਾਲ ਹੀ। ਏਡੀ ਵੱਡੀ ਕਮਾਈ। ਜਿੰਨੀ ਬਾਲ ਲੀਲਾ ਪਟਨੇ ਦੀਆਂ ਗਲੀਆਂ ਵਿੱਚ ਸ਼ਾਹੇ ਸ਼ਹਿਨਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ, ਉਹ ਸਾਰੀ ਬਾਲ ਲੀਲਾ ਦੇ ਵਿੱਚ ਧੰਨ ਬਾਬਾ ਜੀਵਨ ਸਿੰਘ ਸਾਹਿਬ, ਧੰਨ ਭਾਈ ਸੰਗਤ ਸਿੰਘ ਸਾਹਿਬ ਜੀ ਉਸ ਲੀਲਾ ਵਿੱਚ ਸ਼ਾਮਲ ਰਹੇ ਨੇ, ਆਪਣੀਆਂ ਨੇਤਰਾਂ ਨਾਲ ਦਰਸ਼ਨ ਕੀਤੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਪ੍ਰਗਟ ਹੋਣਾ ਸੀ ਨਾ, ਗੁਰੂ ਹਰਗੋਬਿੰਦ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਨੇ ਸੰਗਤ ਨੂੰ ਹੁਕਮਨਾਮੇ ਭੇਜੇ। ਸਾਰੀਆਂ ਸੰਗਤਾਂ ਕੀਰਤਪੁਰ ਸਾਹਿਬ ਪਹੁੰਚੀਆਂ ਮਹਾਰਾਜ ਜੀ ਦਾ ਬਚਨ ਸੁਣ ਕੇ, ਹਜ਼ਾਰਾਂ ਲੱਖਾਂ ਸੰਗਤਾਂ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਹੁਣ ਅਸੀਂ ਸਰੀਰ ਛੱਡ ਦੇਣਾ। ਤੇ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਸਰੀਰ ਛੱਡਣ ਲੱਗੇ, ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ। ਉਸ ਵੇਲੇ ਕਹਿਣ ਲੱਗੇ, ਮਹਾਰਾਜ ਮੈਨੂੰ ਵੀ ਆਗਿਆ ਦੇ ਦਿਓ, ਮੈਂ ਵੀ ਤੁਹਾਡੇ ਨਾਲ ਹੀ ਚਲੀ ਜਾਵਾਂ ਸੱਚਖੰਡ ਨੂੰ। ਤੁਹਾਡੇ ਤੋਂ ਬਾਅਦ ਇਹ ਸੰਸਾਰ ਬੜਾ ਫਿੱਕਾ ਲੱਗੇਗਾ ਸਾਨੂੰ, ਇੱਥੇ ਮਨ ਨਹੀਂ ਲੱਗਣਾ। ਉਦੋਂ ਫਿਰ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਨਾਨਕੀ ਇੱਕ ਤੇ ਤੇਰੀ ਉਮਰ ਬਹੁਤ ਹੈ ਜੀ, ਕਦੀ ਵੀ ਰੱਬ ਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ, ਮਾਲਕ ਦੀ ਰਜ਼ਾ ਤੋਂ ਬਾਹਰ ਨਹੀਂ ਕਦੀ ਚੱਲੀਦਾ। ਤੇ ਦੂਸਰਾ ਬਚਨ ਮਹਾਰਾਜ ਜੀ ਨੇ ਕੀਤਾ, ਕਹਿਣ ਲੱਗੇ, ਨਾਨਕੀ ਤੂੰ ਬੜੇ ਭਾਗਾਂ ਵਾਲੀ ਹੈ। ਇੱਕ ਆਉਣ ਵਾਲੇ ਸਮੇਂ ਵਿੱਚ ਤੇਰੇ ਪੁੱਤਰ ਨੇ ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਮਾਲਕ ਬਣਨਾ ਹੈ। ਤੇ ਤੀਸਰਾ ਬਚਨ ਕੀਤਾ, ਤੇਰੇ ਘਰ ਵਿੱਚ ਇੱਕ ਐਸੀ ਮਹਾਨ ਸ਼ਕਤੀ ਨੇ ਪੁੱਤਰੇ ਦੇ ਰੂਪ ਵਿੱਚ ਪ੍ਰਗਟ ਹੋਣਾ ਹੈ, ਉਹਦੇ ਵਰਗੀ ਸ਼ਕਤੀ, ਉਹਦੇ ਵਰਗਾ ਅਗੰਮੀ ਸਰੂਪ ਨਾ ਦੁਨੀਆ ਤੇ ਪਹਿਲੋਂ ਕਦੀ ਆਇਆ ਹੈ ਤੇ ਨਾ ਮੁੜ ਕੇ ਕਦੀ ਆਵੇਗਾ। ਕਹਿਣ ਲੱਗੇ, ਤੇਰੇ ਪੁੱਤਰੇ ਦੇ ਰੂਪ ਵਿੱਚ ਪਰਮੇਸ਼ਰ ਨੇ ਪ੍ਰਗਟ ਹੋਣਾ ਹੈ, ਉਹਦੇ ਤੈਨੂੰ ਦਰਸ਼ਨ ਕਰਨ ਦਾ ਸੁਭਾਗ ਮਿਲੇਗਾ। ਉਹਦੀ ਬਾਲ ਲੀਲਾ ਤੈਨੂੰ ਅੱਖਾਂ ਰਾਹੀਂ, ਨੇਤਰਾਂ ਰਾਹੀਂ ਦਰਸ਼ਨ ਹੋਣਗੇ ਜਦੋਂ ਉਹ ਕੌਤਕ ਕਰਨਗੇ। ਤੇ ਕਹਿਣ ਲੱਗੇ, ਨਾਨਕੀ ਜੀ
ਉਸ ਅਗੰਮੀ ਪੁਰਸ਼ ਨੂੰ ਆਪਣੀ ਗੋਦ ਵਿੱਚ ਖਿਡਾਉਣ ਦਾ ਤੈਨੂੰ ਸਨਮਾਨ ਪ੍ਰਾਪਤ ਹੋਵੇਗਾ। ਇਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਬਤ ਬਚਨ ਕੀਤੇ ਨੇ। ਪਹਿਲੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਨੇ ਆਉਣਾ ਹੈ, ਤੇ ਮੈਂ ਬੇਨਤੀ ਕਰਾਂ ਇਸੇ ਪਟਨੇ ਸ਼ਹਿਰ ਦੇ ਵਿੱਚ ਹੀ, ਇਸੇ ਘਰ ਵਿੱਚ ਹੀ ਗੁਰੂ ਨਾਨਕ ਸਾਹਿਬ ਠਹਿਰੇ ਸਨ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਗਟ ਹੋਏ। ਇਹ ਸਾਲਸਰਾਏ ਜੌਹਰੀ ਦਾ ਘਰ ਸੀ, ਤੇ ਮਹਾਰਾਜ ਜਦੋਂ ਰਹੇ ਇੱਕ ਹਫ਼ਤਾ ਦੇ ਘਰੇ ਰਹੇ। ਜਦੋਂ ਮਹਾਰਾਜ ਚੱਲਣ ਲੱਗੇ, ਸਾਲਸਰਾਏ ਜੌਹਰੀ ਕਹਿਣ ਲੱਗਾ, ਮਹਾਰਾਜ ਅਜੇ ਜਾਓ ਨਾ। ਮਹਾਰਾਜ ਫਿਰ ਰੁਕ ਗਏ। ਅਗਲਾ ਦਿਨ ਚੜਿਆ, ਮਹਾਰਾਜ ਜੀ ਨੇ ਤਿਆਰੀ ਕੀਤੀ। ਸਾਲਸਰਾਏ ਜੌਹਰੀ ਕਹਿਣ ਲੱਗਾ, ਮਹਾਰਾਜ ਅਜੇ ਜਾਓ ਨਾ, ਤੁਹਾਡੇ ਤੋਂ ਬਿਨਾ ਮੈਂ ਜੀ ਨਹੀਂ ਪਾਵਾਂਗਾ ਮਗਰੋਂ। ਸਿੱਖ ਦੀ ਇਹ ਅਵਸਥਾ ਹੈ, ਜਿਉ ਮਛਲੀ ਬਿਨ ਪਾਣੀਏ ਕਿਉ ਜੀਵਨ ਪਾਵੇ। ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ, ਸਿੱਖ ਦਾ ਇੱਕ ਵਾਰੀ ਗੁਰੂ ਨਾਲ ਰਿਸ਼ਤਾ ਬਣ ਜਾਵੇ ਹਿਰਦੇ ਦਾ, ਮਨ ਦਾ, ਇਹ ਫਿਰ ਸਿੱਖ ਵੀ ਗੁਰੂ ਤੋਂ ਬਿਨਾ ਰਹਿ ਨਹੀਂ ਸਕਦਾ। ਜਦੋਂ ਤੀਜੇ ਦਿਨ ਮਹਾਰਾਜ ਤੁਰਨ ਲੱਗੇ, ਸਾਲਸਰਾਏ ਜੌਹਰੀ ਬੇਨਤੀ ਕਰਨ ਲੱਗਾ। ਮਹਾਰਾਜ ਕਹਿਣ ਲੱਗੇ, ਸਾਲਸਰਾਏ ਜਿਵੇਂ ਤੂੰ ਪਿਆਰ ਕਰਦਾ ਹੈ ਨਾ, ਇਦਾਂ ਤੇਰੇ ਵਰਗੇ ਪਿਆਰੇ ਹੋਰ ਵੀ ਬੜੇ ਉਡੀਕ ਰਹੇ ਨੇ, ਉਹਨਾਂ ਨੂੰ ਵੀ ਮਿਲਣਾ ਹੈ। ਤੇ ਮਹਾਰਾਜ ਜੀ ਨੇ ਫਿਰ ਉੱਥੇ ਬਚਨ ਕੀਤਾ, ਕਹਿਣ ਲੱਗੇ, ਜਦੋਂ 10ਵਾਂ ਜਾਮਾ ਧਾਰਨ ਕਰਾਂਗੇ ਨਾ ਸਾਲਸਰਾਏ, ਉਦੋਂ ਤੇਰੇ ਇਸੇ ਘਰ ਵਿੱਚ ਹੀ ਧਾਰਨ ਕਰਾਂਗੇ, ਇੱਥੇ ਹੀ ਪ੍ਰਗਟ ਹੋਵਾਂਗੇ। ਕਿਉਂਕਿ ਧੰਨ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਸਾਰੇ ਹੀ ਸਤਿਗੁਰਾਂ ਨੇ ਜਦੋਂ ਪ੍ਰਗਟ ਹੋਏ ਨੇ, ਪੰਜਾਬ ਦੀ ਧਰਤੀ ਤੇ ਪ੍ਰਗਟ ਹੋਏ ਨੇ। ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਦਿੱਤਾ ਸੀ ਸਾਲਸਰਾਏ ਜੌਹਰੀ ਨੂੰ, ਵੀ ਤੇਰੇ ਇਸ ਪਟਨੇ ਸ਼ਹਿਰ ਵਿੱਚ ਤੇਰੇ ਘਰੇ ਪ੍ਰਗਟ ਹੋਵਾਂਗੇ। ਇੱਥੇ ਮਹਾਰਾਜ ਪ੍ਰਗਟ ਹੋਏ। ਫਿਰ ਸਾਰੀ ਬਾਲ ਲੀਲਾ ਧੰਨ ਬਾਬਾ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਨਾਲ ਨਾਲ ਮਹਾਰਾਜ ਜੀ ਦੇ, ਜਦੋਂ ਮਹਾਰਾਜ ਜੀ ਨੇ ਸ਼ਿਵਦੱਤ ਪੰਡਤ ਨੂੰ ਰਾਮ ਸਰੂਪ ਦੇ ਵਿੱਚ ਦਰਸ਼ਨ ਬਖਸ਼ਿਸ਼ ਕੀਤੇ, ਫਿਰ ਆਪਣਾ ਅਸਲੀ ਸਰੂਪ ਵਿਖਾਇਆ, ਉਦੋਂ ਵੀ ਬਾਬਾ ਜੀਵਨ ਸਿੰਘ, ਭਾਈ ਜੈਤਾ ਜੀ ਮਹਾਰਾਜ ਜੀ ਦੇ ਨਾਲ ਨੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਣੀ ਮੈਣੀ ਨੂੰ ਨਿਹਾਲ ਕੀਤਾ, ਉਦੋਂ ਵੀ ਭਾਈ ਜੈਤਾ ਜੀ ਨਾਲ ਨੇ, ਭਾਈ ਸੰਗਤ ਸਿੰਘ ਜੀ ਨਾਲ ਨੇ। ਇਤਿਹਾਸ ਵਿੱਚ ਬਚਨ ਆਉਂਦਾ ਹੈ ਵੀ ਇੱਕ ਦਿਨ ਬਾਹਰ ਬਾਲ ਲੀਲਾ ਹੋ ਰਹੀ ਸੀ, ਤੇ ਜਦੋਂ ਇੱਕਦਮ ਸੰਧਿਆ ਦਾ ਸਮਾਂ ਹੋਇਆ, ਰਹਿਰਾਸ ਸਾਹਿਬ ਜੀ ਦੇ ਪਾਠ ਦਾ ਸਮਾਂ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕਦਮ ਕਾਹਲੀ ਨਾਲ ਜਦੋਂ ਘਰ ਵੱਲ ਨੂੰ ਆਏ, ਸਾਰੇ ਬਾਲ ਵੀ ਨਾਲ ਆਏ, ਤਿਆਰੀ ਕਰਨ ਲੱਗੇ ਦੀਵਾਨ ਵਿੱਚ ਹਾਜ਼ਰੀ ਭਰਨ ਲਈ। ਤੇ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਕਾਹਲੀ ਕਾਹਲੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਸਤਾਰ ਆਪਣੇ ਸੀਸ ਤੇ ਬੰਨ੍ਹ ਲਈ। ਤੇ ਜਦੋਂ ਬੰਨ੍ਹਦਿਆਂ ਪਤਾ ਲੱਗਾ ਨਾ ਵੀ ਇਹ ਤੇ ਮਹਾਰਾਜ ਜੀ ਦਾ ਦਸਤਾਰਾ ਹੈ, ਤੇ ਕਾਹਲੀ ਨਾਲ ਜਦੋਂ ਲਾਉਣ ਲੱਗੇ, ਨਾਲ ਬੇਨਤੀ ਕੀਤੀ, ਮਹਾਰਾਜ ਮੈਂ ਭੁੱਲ ਗਿਆ, ਮੈਂ ਦਸਤਾਰ ਤੁਹਾਡੀ ਬੰਨ੍ਹ ਲਈ। ਇਤਿਹਾਸ ਵਿੱਚ ਬਚਨ ਆਉਂਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੱਥ ਪਕੜ ਲਿਆ, ਕਹਿਣ ਲੱਗੇ, ਜੈਤੇ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਬਚਪਨ ਦੇ ਵਿੱਚ ਹੀ ਇੰਨਾ ਸਨਮਾਨ, ਇੰਨਾ ਆਦਰ। ਤੇ ਮਾਤਾ ਗੁਜਰੀ ਜੀ ਕਹਿੰਦੇ, ਜਦੋਂ ਬਾਲਕ ਅਵਸਥਾ ਸੀ ਤੇ ਬਾਬਾ ਜੈਤਾ ਜੀ ਨੂੰ ਤੇ ਭਾਈ ਸੰਗਤ ਸਿੰਘ ਜੀ ਨੂੰ ਬਹੁਤਾਤ ਆਪਣੀ ਗੋਦ ਵਿੱਚ ਰੱਖਿਆ ਕਰਦੇ ਸਨ। ਰਤੀ ਮਾਤਰ ਵੀ ਕੋਈ ਵਖਰੇਵਾਂ ਨਹੀਂ। ਮੈਂ ਬੇਨਤੀ ਕਰਾਂ, ਗੁਰੂ ਨਾਨਕ ਦੇ ਘਰ ਨੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ। ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਉਹ ਚਾਨਣ ਕਿਹੜਾ ਹੋਇਆ? ਗੁਰੂ ਨਾਨਕ ਸਾਹਿਬ ਜੀ ਨੇ ਯੁੱਗਾਂ ਤੋਂ, ਸਦੀਆਂ ਤੋਂ ਜੋ ਆ ਜਾਤ ਪਾਤ ਛੂਆ ਛੂਤ ਦਾ ਭਰਮ ਜਾਲ ਪਿਆ ਸੀ, ਜਿਹੜਾ ਹਿੰਦੁਸਤਾਨ ਵਿੱਚ ਹਨੇਰਾ ਪਿਆ ਸੀ, ਆ ਜਿਹੜੀ ਗਰਦਸ਼ ਚੜੀ ਹੋਈ ਸੀ, ਮਹਾਰਾਜ ਜੀ ਨੇ ਇਹ ਹਨੇਰਾ ਖਤਮ ਕੀਤਾ ਆ ਕੇ। ਜਦੋਂ ਪਹਿਲੀ ਵਾਰ ਤਲਵੰਡੀ ਵਿੱਚ ਬੈਠ ਕੇ ਮਹਾਰਾਜ ਜੀ ਨੇ ਕਿਹਾ
ਮਰਦਾਨਾ ਮੇਰਾ ਭਾਈ ਹੈ। ਮੈਂ ਬੇਨਤੀ ਕਰਾਂ, ਇਹ ਬੜੀ ਵੱਡੀ ਗੱਲ ਸੀ ਉਦੋਂ, ਜਦੋਂ ਇੰਨਾ ਬ੍ਰਾਹਮਣੀ ਜਾਲ ਪਿਆ ਸੀ, ਕਰਮ ਕਾਂਡਾਂ ਦਾ ਇੰਨਾ ਜ਼ੋਰ ਸੀ। ਕਹਿੰਦੇ ਨੀਵੀਂ ਜਾਤ ਵਾਲਾ ਉੱਚੀ ਜਾਤ ਵਾਲੇ ਦੇ ਘਰੇ ਜਾਣ ਲੱਗਿਆਂ ਪਹਿਲੋਂ ਆਗਿਆ ਲੈਣੀ ਪੈਂਦੀ ਸੀ। ਉਹਦੀ ਸਰਦਲ ਤੇ ਆਪਣਾ ਪੈਰ ਨਹੀਂ ਸੀ ਰੱਖ ਸਕਦਾ। ਜੇ ਕਿਤੇ ਕੋਈ ਬੱਚਾ ਵੀ ਰੱਖ ਦਿੰਦਾ ਸੀ, ਉਸ ਪਰਿਵਾਰ ਨੂੰ ਪਿੰਡੋਂ ਕੱਢ ਦਿੱਤਾ ਜਾਂਦਾ ਸੀ। ਪਰ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਆ ਕੇ ਦੱਸਿਆ ਲੋਕਾਈ ਨੂੰ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਦੀ ਕੋਈ ਜਾਤ ਨਹੀਂ, ਮਨੁੱਖ ਕੇਵਲ ਮਨੁੱਖ ਹੈ, ਸਾਰੇ ਇੱਕੋ ਜਿਹੇ ਨੇ। ਇਹ ਗੁਰੂ ਨਾਨਕ ਸਾਹਿਬ ਜੀ ਨੇ ਵੱਡੀ ਕ੍ਰਾਂਤੀ ਲੈ ਕੇ ਆਂਦੀ ਤੇ ਹੌਲੀ ਹੌਲੀ ਇੰਨਾ ਸਨਮਾਨ ਵਧਿਆ। ਮੈਂ ਬੇਨਤੀ ਕਰਾਂਗਾ, ਇਹ ਸਾਡੇ ਗੁਰੂਆਂ ਦੀ ਕਰਨੀ ਨੂੰ ਭਾਗ ਲੱਗੇ ਨੇ। ਜੇ ਅੱਜ ਵੱਡੇ ਤੋਂ ਵੱਡੇ ਅਹੁਦਿਆਂ ਤੇ ਹਰੇਕ ਬੰਦਾ ਕਿਸੇ ਵੀ ਵਰਨ ਵੰਡ ਦਾ ਹੈ, ਉਹ ਪਹੁੰਚ ਸਕਦਾ ਹੈ। ਉਹਦੇ ਪਿੱਛੇ ਸਾਡੇ ਗੁਰੂਆਂ ਦੀ ਕਰਨੀ, ਸਾਡੇ ਵੱਡ ਵਡੇਰਿਆਂ ਦੀਆਂ ਸ਼ਹਾਦਤਾਂ, ਸ਼ਹੀਦੀਆਂ ਖੜੀਆਂ ਨੇ। ਜੇ ਅੱਜ ਸਮਾਜ ਦੇ ਵਿੱਚ ਹਰੇਕ ਵਰਗ ਦਾ ਬੰਦਾ ਮਾਣ ਨਾਲ ਜਦੋਂ ਮਰਜ਼ੀ ਕਹਿ ਸਕਦਾ ਹੈ ਕਿ ਮੈਨੂੰ ਕੋਈ ਗੱਲ ਨਹੀਂ ਕਰ ਸਕਦਾ, ਇਹ ਸਾਡੇ ਗੁਰੂਆਂ ਦੀ ਬਖਸ਼ਿਸ਼ ਹੈ। ਏਡਾ ਵੱਡਾ ਸਨਮਾਨ, ਇਹ ਜਿਹੜੀ ਬਰਾਬਰਤਾ, ਜਿਨ੍ਹਾਂ ਨੂੰ ਸੰਸਾਰ ਵਿੱਚ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਦਿੱਤਾ ਸੀ, ਗੁਰੂ ਨਾਨਕ ਦੇ ਘਰ ਨੇ ਉਹਨਾਂ ਨੂੰ ਚੁੱਕ ਕੇ ਗਲ ਨਾਲ ਲਾ ਲਿਆ ਤੇ ਸਮਾਜ ਦੇ ਵਿੱਚ ਬਰਾਬਰਤਾ ਬਖਸ਼ਿਸ਼ ਕੀਤੀ। ਇਹ ਗੁਰੂ ਨਾਨਕ ਦੇ ਘਰ ਦੀਆਂ ਬਖਸ਼ਿਸ਼ਾਂ ਨੇ। ਤੇ ਮੈਂ ਬੇਨਤੀ ਕਰਾਂ, ਮਾਤ ਗੁਜਰੀ ਸਾਹਿਬ ਜੀ ਨੇ ਜਿੱਥੇ ਧੰਨ ਗੁਰੂ ਗੋਬਿੰਦ ਰਾਏ ਜੀ ਨੂੰ ਇੰਨਾ ਲਾਡ ਲਡਾਇਆ ਆਪਣੀ ਗੋਦ ਵਿੱਚ, ਬਾਬਾ ਜੀਵਨ ਸਿੰਘ ਸਾਹਿਬ, ਭਾਈ ਸੰਗਤ ਸਾਹਿਬ ਜੀ ਨੂੰ ਵੀ ਓਨਾ ਹੀ ਪਿਆਰ ਮਿਲਿਆ। ਸਮਾਂ ਆਇਆ ਜਿਸ ਗੁਰਸਿੱਖ ਦੇ ਕੋਲੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਦਿਆ ਪ੍ਰਾਪਤ ਕੀਤੀ, ਸ਼ਸਤਰ ਵਿਦਿਆ ਪ੍ਰਾਪਤ ਕੀਤੀ, ਉਸ ਵਿਦਿਆ ਉਸਤਾਦ ਕੋਲੋਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਾਬਾ ਸਦਾਨੰਦ ਜੀ ਦੇ ਦੋਵਾਂ ਪੁੱਤਰਾਂ ਨੂੰ ਵੀ ਉੱਥੋਂ ਹੀ ਵਿਦਿਆ ਦਿਵਾਈ। ਭਾਈ ਸੰਗਤ ਸਿੰਘ ਜੀ, ਬਾਬਾ ਜੀਵਨ ਸਿੰਘ ਸਾਹਿਬ ਜੀ। ਸਮਾਂ ਚੱਲਦਾ ਗਿਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸ਼ਹਾਦਤ ਦਾ ਜਾਮ ਪੀਣ ਦਿੱਲੀ ਜਾਂਦੇ ਨੇ। ਜਿਹੜੇ ਸਿੱਖ ਗਏ ਉਹਨਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਭਾਈ ਜੈਤਾ ਜੀ ਨੂੰ ਨਾਲ ਲੈ ਕੇ ਗਏ, ਕਿਉਂਕਿ ਮਹਾਰਾਜ ਜਾਣਦੇ ਸਨ ਭਾਈ ਜੈਤਾ ਜੀ ਨੇ ਉਹ ਮਹਾਨ ਸੇਵਾ ਕਰਨੀ ਹੈ ਜਿਸ ਸੇਵਾ ਦਾ ਤੋੜ ਦੁਨੀਆ ਤੇ ਮੁੜ ਕੇ ਕੋਈ ਨਹੀਂ ਹੋਵੇਗਾ ਕਦੇ। ਉਹ ਸਮਾਂ ਆਇਆ ਜਦੋਂ ਭਾਈ ਜੈਤਾ ਸਾਹਿਬ ਜੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਆਏ। ਕੇਵਲ 2 ਟਿਕਾਣੇ ਕੀਤੇ ਰਾਹ ਦੇ ਵਿੱਚ, 250 ਤੋਂ ਮੀਲ ਤੋਂ ਵੀ ਵੱਧ ਦਾ ਪੈਂਡਾ। ਤੇ ਧੰਨ ਭਾਈ ਜੈਤਾ ਜੀ ਇੱਕ ਦੇਵਾ ਰਾਮ ਧੋਬੀ ਦੇ ਕੋਲ ਰੁਕਦੇ ਨੇ ਤੇ ਇੱਕ ਨਾਭੇ ਪਿੰਡ ਵਿੱਚ ਫਕੀਰ ਕੋਲ ਆ ਕੇ ਰੁਕਦੇ ਨੇ, ਵਰਨਾ ਰਸਤੇ ਵਿੱਚ ਕਿਤੇ ਰੁਕੇ ਨਹੀਂ। ਇੰਨੀ ਕਠਨ ਔਰ ਸਰਕਾਰ ਦਾ ਇੰਨਾ ਦਬਦਬਾ, ਪੱਤਾ ਪੱਤਾ ਸਮੇਂ ਦੀ ਸਰਕਾਰ ਫਰੋਲਦੀ ਫਿਰ ਰਹੀ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਿਹੜਾ ਸਿੱਖ ਲੈ ਗਿਆ। ਔਰੰਗਜ਼ੇਬ ਤਖਤ ਤੋਂ ਬੈਠਾ ਵਜ਼ੀਰਾਂ ਤੇ ਅਮੀਰਾਂ ਨੂੰ ਕਤਲ ਕਰਨ ਦੀਆਂ ਸਜ਼ਾਵਾਂ ਦੇ ਫਰਮਾਨ ਦੇ ਰਿਹਾ ਹੈ ਕਿ ਜੇ ਮੈਨੂੰ ਉਹ ਬੰਦਾ ਨਾ ਲੱਭਾ ਤੇ ਜਿਹੜਾ ਵੀ ਮੇਰੇ ਅੱਗੇ ਆਇਆ ਮੈਂ ਕਤਲ ਕਰ ਦਿਆਂਗਾ। ਇਦਾਂ ਦਾ ਸਮਾਂ। ਪਰ ਧੰਨ ਨੇ ਭਾਈ ਜੈਤਾ ਸਾਹਿਬ ਜੀ ਇੰਨੇ ਕਠਿਨ ਸਮੇਂ ਦੇ ਵਿੱਚ ਫਿਰ ਰਸਤੇ ਥਾਣੀ ਨਹੀਂ ਆਏ, ਕਿਉਂਕਿ ਰਸਤਿਆਂ ਤੇ ਰਾਹਾਂ ਤੇ ਪਹਿਰੇ ਸਨ। ਭਾਈ ਜੈਤਾ ਜੀ ਜੰਗਲਾਂ ਦੇ ਵਿੱਚੋਂ ਦੀ ਆਏ ਨੇ ਤੇ ਜੰਗਲਾਂ ਦੇ ਹਾਲਾਤ ਕੈਸੇ ਨੇ। ਮੈਂ ਬੇਨਤੀ ਕਰਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਦਾ ਕਿਲਾ ਛੱਡਦੇ ਨੇ, ਚਮਕੌਰ ਦੀ ਗੜੀ ਤੋਂ ਨਿਕਲਦੇ ਨੇ ਤੇ ਮਾਛੀਵਾੜੇ ਦੇ ਜੰਗਲਾਂ ਤੱਕ ਮਹਾਰਾਜ ਜੀ ਦਾ ਜਾਮਾ ਲੀਰੋ ਲੀਰ ਹੋ ਜਾਂਦਾ। ਲੱਤਾਂ ਦੇ ਵਿੱਚੋਂ ਕੰਡਿਆਲੀਆਂ ਝਾੜੀਆਂ ਕਾਰਨ
ਚਰਨਾਂ ਦੇ ਵਿੱਚੋਂ ਮਹਾਰਾਜ ਜੀ ਦੇ ਖੂਨ ਸਿਮਦਾ ਹੈ, ਖੂਨ ਨਿਕਲਦਾ ਹੈ। ਇਦਾਂ ਦਾ ਸਮਾਂ, ਇਦਾਂ ਦਾ ਰਸਤਾ ਹੈ। ਉਧਰ ਭਾਈ ਜੈਤਾ ਜੀ ਸੈਂਕੜੇ ਕੋਹਾਂ ਦਾ ਪੈਂਡਾ, ਉਹ ਵੀ ਜੰਗਲਾਂ ਦੇ ਰਾਹੀਂ, ਕਿਸੇ ਰਸਤੇ ਰਾਹੀਂ ਨਹੀਂ, ਤੇ ਇੰਨੀ ਵੱਡੀ ਕਠਨ ਘਾਲ ਕਮਾਈ ਕਰਕੇ ਸ੍ਰੀ ਕੀਰਤਪੁਰ ਸਾਹਿਬ ਪਹੁੰਚਦੇ ਨੇ। ਇੱਥੋਂ ਪਾਲਕੀ ਵਿੱਚ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਹਜ਼ਾਰਾਂ ਹੀ ਸੰਗਤਾਂ ਦੇ ਨਾਲ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚਦੇ ਨੇ। ਇੱਥੇ ਫਿਰ ਗੁਰਤਾ ਤੇ ਸਿੰਘਾਸਨ ਤੇ ਖੜੇ ਹੋ ਕੇ ਮਹਾਰਾਜ ਭਾਈ ਜੈਤਾ ਜੀ ਨੂੰ ਆਪਣੀ ਛਾਤੀ ਨਾਲ ਲਾਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹ ਮਹਾਨ ਅਗੰਮੀ ਬਚਨ ਪ੍ਰਗਟ ਕਰਦੇ ਨੇ। ਸਤਿਗੁਰੂ ਆਖਦੇ ਨੇ, ਰੰਗਰੇਟੇ ਗੁਰੂ ਕੇ ਬੇਟੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਜੀਵਨ ਸਿੰਘ ਸਾਹਿਬ ਜੀ ਨੂੰ ਆਪਣੇ ਪੁੱਤਰ ਹੋਣ ਦਾ ਖਿਤਾਬ ਬਖਸ਼ਿਆ, ਔਰ ਇਹ ਖਿਤਾਬ ਵੱਡੀ ਘਾਲਣਾ ਘਾਲ ਕੇ, ਵੱਡੀ ਕਮਾਈ ਕਰਕੇ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਪ੍ਰਾਪਤ ਕੀਤਾ। ਫਿਰ ਸਮਾਂ ਆਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਜੰਗ ਲੜਿਆ ਭੰਗਾਣੀ ਦਾ। ਉਹਦੇ ਵਿੱਚ ਬਾਬਾ ਜੀਵਨ ਸਿੰਘ ਸਾਹਿਬ ਜੀ ਨਾਲ ਜਰਨੈਲ ਹੋ ਕੇ ਲੜੇ। 14 ਜੰਗਾਂ ਲੜੀਆਂ ਗਈਆਂ। 14 ਜੰਗਾਂ ਦੇ ਵਿੱਚੋਂ 13 ਜੰਗਾਂ ਧੰਨ ਬਾਬਾ ਜੀਵਨ ਸਿੰਘ ਸਾਹਿਬ ਤੇ ਉਹਨਾਂ ਦੇ ਭਰਾਤਾ ਭਾਈ ਸੰਗਤ ਸਿੰਘ ਸਾਹਿਬ ਜੀ ਨੇ ਲੜੀਆਂ ਨਾਲ। ਔਰ ਜਿਹੜੀ 13ਵੀਂ ਜੰਗ ਹੈ, ਉਸ 13ਵੀਂ ਜੰਗ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਾਬਾ ਜੀਵਨ ਸਿੰਘ ਸਾਹਿਬ ਤੇ ਭਾਈ ਸੰਗਤ ਸਿੰਘ ਸਾਹਿਬ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਨਹੀਂ ਤੇ ਖਿਦਰਾਣੇ ਦੀ ਜੰਗ ਵਿੱਚ ਵੀ ਬਾਬਾ ਜੀਵਨ ਸਿੰਘ ਸਾਹਿਬ ਜੀ ਹੁੰਦੇ। ਮੈਂ ਬੇਨਤੀ ਕਰਾਂ, ਸਾਰੀਆਂ ਜੰਗਾਂ ਮਹਾਰਾਜ ਜੀ ਵੱਲੋਂ ਲੜੀਆਂ ਗਈਆਂ, ਹਰੇਕ ਜੰਗ ਵਿੱਚ ਹਿੱਸਾ ਲਿਆ। ਰਣਜੀਤ ਨਗਾਰਾ ਬਣਿਆ ਤੇ ਸਭ ਤੋਂ ਪਹਿਲੇ ਨਗਾਰਚੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਲਾਇਆ। ਇਤਿਹਾਸ ਕਹਿੰਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਵੱਡੇ ਹੋਏ ਤੇ ਗੁਰੂ ਕੇ ਮਹਿਲਾਂ ਵਿੱਚ ਸਲਾਹ ਹੋਈ ਵੀ ਸਾਹਿਬਜ਼ਾਦਿਆਂ ਨੂੰ ਹੁਣ ਵਿਦਿਆ ਪੜਾਉਣੀ ਹੈ, ਕਿਹੜੇ ਉਸਤਾਦ ਕੋਲ ਲਾਇਆ ਜਾਵੇ। ਵੱਡੇ ਸਾਹਿਬਜ਼ਾਦਿਆਂ ਨੂੰ ਵਿਦਿਆ ਪੜਾਉਣੀ ਤੇ ਉਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਮੂਹ ਸਿੱਖਾਂ ਵੱਲ ਨਿਗਾਹ ਮਾਰੀ ਤੇ ਵੱਡੇ ਸਾਹਿਬਜ਼ਾਦਿਆਂ ਦਾ ਉਸਤਾਦ ਕੌਣ ਹੋਵੇਗਾ? ਇਹ ਉਸਤਾਦ ਵੀ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਲਾਇਆ ਗਿਆ। ਵੱਡੇ ਸਾਹਿਬਜ਼ਾਦਿਆਂ ਦੇ ਵਿਦਿਆ ਦਾਤੇ ਬਾਬਾ ਜੀਵਨ ਸਿੰਘ ਸਾਹਿਬ ਜੀ ਹੋਏ ਤੇ ਵੱਡੇ ਸਾਹਿਬਜ਼ਾਦਿਆਂ ਨੇ ਜਿਹੜੀ ਸ਼ਸਤਰ ਵਿਦਿਆ ਸਿੱਖੀ, ਉਹ ਸ਼ਸਤਰ ਵਿਦਿਆ ਵੀ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਕੋਲੋਂ ਪ੍ਰਾਪਤ ਕੀਤੀ। ਏਡਾ ਵੱਡਾ ਸਨਮਾਨ ਬਾਬਾ ਜੀਵਨ ਸਿੰਘ ਜੀ ਦਾ। ਸਮਾਂ ਚੱਲਦਾ ਗਿਆ, ਜਿੱਦਣ ਆਨੰਦਪੁਰ ਦਾ ਕਿਲਾ ਛੱਡਦੇ ਨੇ ਮਹਾਰਾਜ, ਸਰਸਾ ਤੋਂ ਪਾਰ ਹੋਣ ਲੱਗਿਆਂ ਅੰਮ੍ਰਿਤ ਵੇਲੇ ਮਹਾਰਾਜ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ ਤੇ ਉਦੋਂ ਨਾਲ ਮੀਂਹ ਪੈਂਦਾ ਹੈ ਤੇ ਉਨੀਆਂ ਮੀਂਹ ਦੀਆਂ ਕਣੀਆਂ ਨਹੀਂ ਜਿੰਨੀਆਂ ਗੋਲੀਆਂ ਤੇ ਤੀਰ ਵਰਦੇ ਪਏ ਨੇ। 10 ਲੱਖ ਮੁਲਖਈਆ ਮਹਾਰਾਜ ਜੀ ਦੇ ਮਗਰ ਚੜਿਆ ਹੋਇਆ ਹੈ। ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਹੁਣ ਅਸੀਂ ਕੀਰਤਨ ਕਰਾਂਗੇ। 3 ਸਿੱਖ ਮਹਾਰਾਜ ਜੀ ਨੇ 3 ਸਿੰਘਾਂ ਦੀ ਡਿਊਟੀ ਲਾਈ, ਬਾਬਾ ਅਜੀਤ ਸਿੰਘ ਜੀ, ਬਾਬਾ ਜੀਵਨ ਸਿੰਘ ਜੀ ਤੇ ਭਾਈ ਉਦੈ ਸਿੰਘ ਸਾਹਿਬ ਜੀ। ਤਿੰਨਾਂ ਦੀ ਡਿਊਟੀ ਲੱਗੀ ਵੀ ਤੁਸੀਂ ਵੈਰੀ ਨੂੰ ਕੰਢੇ ਤੇ ਨਹੀਂ ਆਉਣ ਦੇਣਾ, ਜਿੰਨਾ ਚਿਰ ਅਸੀਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹਾਂ ਫੌਜ ਨੂੰ ਡੱਕ ਕੇ ਰੱਖਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਬਾਬਾ ਜੀਵਨ ਸਿੰਘ ਸਾਹਿਬ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ ਭਾਈ ਉਦੈ ਸਿੰਘ ਜੀ ਉਹਨਾਂ ਚਿਰ ਵੈਰੀ ਨੂੰ ਡੱਕਦੇ ਨੇ, ਲੜਦੇ ਰਹਿੰਦੇ ਨੇ ਜਿੰਨਾ ਚਿਰ ਮਹਾਰਾਜ ਕੀਰਤਨ ਕਰ ਰਹੇ ਨੇ ਸਰਸਾ ਦੇ ਕੰਢੇ ਤੇ ਬਹਿ ਕੇ। ਫਿਰ ਬਾਬਾ ਜੀਵਨ ਸਿੰਘ ਜੀ ਪਹੁੰਚਦੇ ਨੇ,
ਬਾਬਾ ਜੁਝਾਰ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘੋੜੇ ਨੂੰ ਬਾਬਾ ਜੀਵਨ ਸਿੰਘ ਜੀ ਸਰਸਾ ਤੋਂ ਪਾਰ ਕਰਵਾ ਰਹੇ ਨੇ ਤੇ ਉਸੇ ਵੇਲੇ ਮਹਾਰਾਜ ਹੁਕਮ ਕਰਦੇ ਨੇ ਬਾਬਾ ਜੀਵਨ ਸਿੰਘ ਜੀ ਨੂੰ ਵੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਫੌਜ ਵਿੱਚ ਘਿਰ ਗਏ ਨੇ। ਪਹਿਲੋਂ ਮਹਾਰਾਜ ਕਹਿੰਦੇ ਉਹਨਾਂ ਨੂੰ ਕੱਢ ਕੇ ਲੈ ਕੇ ਆਓ। ਫਿਰ ਸਰਸਾ ਦੇ ਵਿੱਚੋਂ ਬਾਬਾ ਜੀਵਨ ਸਿੰਘ ਸਾਹਿਬ ਜੀ ਘੋੜਾ ਦੜਾਉਂਦੇ ਨੇ, ਆਪਣਾ ਜਥਾ ਲੈ ਕੇ ਇਹੋ ਜਿਹਾ ਵੈਰੀ ਤੇ ਵਾਰ ਕਰਦੇ ਨੇ। ਬਾਬਾ ਜੀਤ ਸਿੰਘ ਸਾਹਿਬ ਤੇ ਭਾਈ ਉਦੈ ਸਿੰਘ ਜੀ ਨੂੰ ਘੇਰਾ ਤੋੜ ਕੇ ਕੱਢ ਕੇ ਲੈ ਕੇ ਆਉਂਦੇ ਨੇ। ਏਡੀਆਂ ਵੱਡੀਆਂ ਕਮਾਈਆਂ ਬਾਬਾ ਜੀਤ ਸਿੰਘ ਜੀ, ਬਾਬਾ ਜੀਵਨ ਸਿੰਘ ਜੀ ਨੇ ਕੀਤੀਆਂ। ਇਸ ਜੰਗ ਵਿੱਚ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਸਰਸਾ ਦੇ ਕੰਢੇ ਤੇ ਵੈਰੀ ਨਾਲ ਲੜਦਿਆਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦਾ ਪਰਿਵਾਰ ਸਰਸਾ ਪਾਰ ਕਰ ਜਾਵੇ, ਉਹਦੇ ਲਈ ਸਿੰਘਾਂ ਨੇ ਬੜਾ ਤਗੜਾ ਜੰਗ ਲੜਿਆ। ਇਸ ਜੰਗ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਦੋ ਸੁਪੁੱਤਰ ਭਾਈ ਗੁਰਦਿਆਲ ਸਿੰਘ ਤੇ ਭਾਈ ਗੁਲਜ਼ਾਰ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਨੇ। ਵੇਖੋ ਕਮਾਈ ਇਸ ਪਰਿਵਾਰ ਦੀ। ਮੈਂ ਫਿਰ ਬੇਨਤੀ ਕਰਾਂ ਕਿ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤੇ ਭਾਈ ਕਲਿਆਣਾ ਜੀ ਸਿੱਖ ਬਣ ਗਏ ਗੁਰੂ ਨਾਨਕ ਸਾਹਿਬ ਜੀ ਦੇ। ਤੇ ਚੱਲਦਿਆਂ ਇਹ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਗੁਰੂ ਘਰ ਵਿੱਚ ਸੇਵਾਵਾਂ ਕਰ ਰਿਹਾ ਹੈ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਨੂੰ ਪਾਰ ਕਰ ਰਹੇ ਨੇ। ਮਹਾਰਾਜ ਸਰਸਾ ਨੂੰ ਪਾਰ ਕਰ ਜਾਣ, ਇਸ ਪਰਿਵਾਰ ਦੇ ਦੋ ਮੈਂਬਰ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਇਕੱਲੇ ਭਾਈ ਗੁਰਦਿਆਲ ਸਿੰਘ ਗੁਲਜ਼ਾਰ ਸਿੰਘ ਨਹੀਂ, ਇੱਥੇ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਧਰਮ ਪਤਨੀ ਉਹ ਵੀ ਜੰਗ ਲੜਦੇ ਨੇ, ਉਹ ਵੀ ਸ਼ਹਾਦਤ ਦਾ ਜਾਮ ਪੀਂਦੇ ਨੇ। ਪਰਿਵਾਰ ਦੇ ਤਿੰਨ ਮੈਂਬਰ ਸਰਸਾ ਦੇ ਕੰਢੇ ਤੇ ਸ਼ਹੀਦੀ ਪ੍ਰਾਪਤ ਕਰਦੇ ਨੇ ਤੇ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਦੋ ਪੁੱਤਰ ਨਾਲ ਨਿਕਲਦੇ ਨੇ, ਭਾਈ ਸੁੱਖਾ ਸਿੰਘ ਤੇ ਭਾਈ ਸੇਵਾ ਸਿੰਘ। ਚਾਰ ਪੁੱਤਰ ਸਨ ਬਾਬਾ ਜੀਵਨ ਸਿੰਘ ਜੀ ਦੇ। ਦੋ ਪੁੱਤਰਾਂ ਨੇ ਸਰਸਾ ਦੇ ਕੰਢੇ ਤੇ ਸ਼ਹਾਦਤ ਦਾ ਜਾਮ ਪੀਤਾ, ਦੋ ਪੁੱਤਰਾਂ ਨੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪੀਤਾ। ਏਡੀ ਵੱਡੀ ਇਹ ਸਾਰਾ ਸ਼ਹੀਦਾਂ ਦਾ ਪਰਿਵਾਰ ਹੈ ਜੀ ਸਾਰੇ। ਤੇ ਸਮਾਂ ਆਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਪੰਜਾਂ ਪਿਆਰਿਆਂ ਦਾ ਹੁਕਮ ਹੋਇਆ, ਕਿਉਂਕਿ ਮਹਾਰਾਜ ਜੀ ਨੇ ਪੰਜਾਂ ਨੂੰ ਗੁਰੂ ਦਾ ਖਿਤਾਬ, ਮਹਾਰਾਜ ਜੀ ਨੇ ਕਿਹਾ ਮੈਂ ਪੰਥ ਵਿੱਚ ਤੇ ਗ੍ਰੰਥ ਵਿੱਚ ਵਰਤਾਂਗਾ, ਆਤਮਾ ਗ੍ਰੰਥ ਵਿੱਚ, ਸਰੂਪ ਪੰਥ ਵਿੱਚ। ਪੰਜਾਂ ਦੀ ਚੋਣ ਕਰਕੇ ਮਹਾਰਾਜ ਜੀ ਨੇ ਸੀਸ ਝੁਕਾਇਆ ਤੇ ਪੰਜਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰੂ ਹੋਣ ਦਾ ਸਨਮਾਨ ਬਖਸ਼ਿਸ਼ ਕੀਤਾ। ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਗੁਰੂ ਵੀ ਆਪ ਤੇ ਖਾਲਸੇ ਦੇ ਚੇਲੇ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਬਣੇ ਉਸ ਵੇਲੇ। ਫਿਰ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨਿਕਲਣ ਲੱਗਦੇ ਨੇ, ਉਸ ਵੇਲੇ ਫਿਰ ਆਪਣੀ ਕਲਗੀ ਜਗ੍ਹਾ ਸੱਚੇ ਪਾਤਸ਼ਾਹ ਫਿਰ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਸਜਾਉਂਦੇ ਨੇ ਤੇ ਚਮਕੌਰ ਦੀ ਗੜੀ ਦੀ ਅਗਵਾਈ ਮਹਾਰਾਜ ਸੱਚੇ ਪਾਤਸ਼ਾਹ ਫਿਰ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਬਖਸ਼ਿਸ਼ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਇਥੋਂ ਪੀਰੇ ਹਿੰਦ ਮੇਰ ਵੱਧ ਦਾ ਨਾਰਾ ਲਾ ਕੇ ਤਾੜੀ ਮਾਰ ਕੇ ਮਹਾਰਾਜ ਨਿਕਲਦੇ ਨੇ। ਪਿੱਛੋਂ ਸਾਰੀ ਕਮਾਂਡ ਚਮਕੌਰ ਦੀ ਗੜੀ ਦੀ ਧੰਨ ਭਾਈ ਸੰਗਤ ਸਿੰਘ, ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਕੋਲ ਹੈ। ਬਾਬਾ ਜੀਵਨ ਸਿੰਘ ਜੀ ਨਗਾਰਾ ਵੀ ਵਜਾ ਰਹੇ ਨੇ ਤੇ ਨਾਲ ਨਾਲ ਚਮਕੌਰ ਦੀ ਗੜੀ ਦੇ ਅੰਦਰ ਸਿੰਘਾਂ ਸੂਰਮਿਆਂ ਦੀ ਅਗਵਾਈ ਵੀ ਕਰ ਰਹੇ ਨੇ। ਜਦੋਂ ਸਾਰੇ ਸਿੰਘ ਸ਼ਹਾਦਤ ਦਾ ਜਾਮ ਪੀ ਗਏ, ਕੇਵਲ ਬਾਬਾ ਜੀਵਨ ਸਿੰਘ ਸਾਹਿਬ ਜੀ ਰਹਿ ਗਏ। ਉੱਤੋਂ ਅਟਾਰੀ ਤੇ ਬੈਠ ਕੇ ਜਿੱਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਤੀਰ ਵਰਸਾਉਂਦੇ ਸਨ, ਉੱਥੇ ਭਾਈ ਸੰਗਤ ਸਿੰਘ ਜੀ ਵਰਸਾਉਂਦੇ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਬਾਬਾ ਜੀਵਨ ਸਿੰਘ ਸਾਹਿਬ ਉੱਥੇ ਬੈਠਦੇ, ਉੱਥੋਂ ਤੀਰ ਵਰਸਾਉਂਦੇ। ਅੱਜ ਉੱਥੇ ਬਾਬਾ ਜੀਵਨ ਸਿੰਘ ਸਾਹਿਬ ਜੀ ਦੀ ਨਿੱਕੀ ਜੀ ਇੱਕ ਯਾਦ ਵੀ ਬਣੀ ਹੈ ਵੀ ਇੱਥੇ ਬੈਠ ਕੇ ਉਹਨਾਂ ਨੇ ਤੀਰਾਂ ਦਾ ਮੀਂਹ ਵਰਾਇਆ।
ਫਿਰ ਜਦੋਂ ਤੀਰ ਮੁੱਕਦੇ ਨੇ, ਗੋਲੀ ਬਰੂਦ ਮੁੱਕਦਾ ਏ, ਫਿਰ ਸਭ ਤੋਂ ਅਖੀਰ ਤੇ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ ਤੇਗ ਲੈ ਕੇ ਗੜੀ ਦੇ ਦਰਵਾਜ਼ੇ ਵਿੱਚੋਂ ਨਿਕਲਦੇ ਨੇ। ਜਿਵੇਂ ਵੱਡੇ ਸਾਹਿਬਜ਼ਾਦੇ, ਜਿਵੇਂ 40 ਸਿੰਘ ਮਹਾਰਾਜ ਜੀ ਦੇ ਹੁਕਮ ਨੂੰ ਮੰਨਦੇ ਆ, ਗੁਰੂ ਤੋਂ ਆਪਾਂ ਕੁਰਬਾਨ ਕਰਦੇ ਆ, ਪੁਰਜਾ ਪੁਰਜਾ ਹੋ ਕੇ ਸ਼ਹਾਦਤ ਦਾ ਜਾਮ ਪੀਂਦੇ ਨੇ। ਇਵੇਂ ਬਾਬਾ ਜੀਵਨ ਸਿੰਘ ਸਾਹਿਬ ਜੀ ਵੀ ਸ਼ਹੀਦੀ ਪ੍ਰਾਪਤ ਕਰ ਲੈਂਦੇ ਨੇ। ਮੈਂ ਬੇਨਤੀ ਕਰਾਂ, ਇਹ ਪਰਿਵਾਰ ਗੁਰੂ ਨਾਨਕ ਸਾਹਿਬ ਜੀ ਤੋਂ ਸੇਵਾ ਆਰੰਭ ਕੀਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਕਰਦਿਆਂ ਕਰਦਿਆਂ ਸਾਰਾ ਪਰਿਵਾਰ ਗੁਰੂ ਘਰ ਦੀ ਸੇਵਾ ਵਿੱਚ ਤਨ ਮਨ ਧਨ ਕਰਕੇ ਲੱਗ ਗਿਆ। ਸਾਰਾ ਹੀ ਇੱਥੇ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਮਾਤਾ ਜੀ, ਉਹ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਦੇ ਨਾਲ, ਭਾਈ ਮਨੀ ਸਿੰਘ ਸਾਹਿਬ ਜੀ ਦੇ ਨਾਲ ਇੱਕ ਬੰਨੇ ਨੂੰ ਨਿਕਲ ਕੇ ਦਿੱਲੀ ਨੂੰ ਜਾਂਦੇ ਨੇ। ਬਾਕੀ ਸਾਰਾ ਹੀ ਪਰਿਵਾਰ ਬਾਬਾ ਜੀਵਨ ਸਿੰਘ ਸਾਹਿਬ ਜੀ, ਉਹਨਾਂ ਦੇ ਧਰਮ ਪਤਨੀ, ਉਹਨਾਂ ਦੇ 4ਵੇਂ ਸੁਪੁੱਤਰ ਇਸ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਕੁਰਬਾਨ ਹੁੰਦੇ ਨੇ। ਅੱਜ ਸਾਰਾ ਸਿੱਖ ਜਗਤ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਉਹਨਾਂ ਦੀ ਮਹਾਨ ਕਰਨੀ ਕਮਾਈ ਨੂੰ ਸਿਜਦੇ ਕਰਦਾ ਹੈ। ਅੱਜ ਥਾਂ ਥਾਂ ਇਥੋਂ ਤੱਕ ਬਾਹਰਲੇ ਦੇਸ਼ਾਂ ਵਿੱਚ ਵੀ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਨਾਮ ਤੇ, ਗੁਰੂ ਘਰਾਂ ਦੇ ਨਾਮ, ਔਰ ਮੈਂ ਬੇਨਤੀ ਕਰਾਂਗਾ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਨਾਮ ਤੇ, ਰੰਗਰੇਟਿਆਂ ਦੇ ਨਾਮ ਤੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਇੱਕ ਬੁੰਗਾ ਵੀ ਸੁਸ਼ੋਭਿਤ ਹੁੰਦਾ ਸੀ, ਜਿਹਨੂੰ ਰੰਗਰੇਟਿਆਂ ਦਾ ਬੁੰਗਾ ਕਿਹਾ ਜਾਂਦਾ ਸੀ। ਕਿਉਂਕਿ ਮੈਂ ਕੱਲ ਵੀ ਬੇਨਤੀ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਇਹ ਸਿੱਖ ਦੀ ਜਿੰਦ ਹੈ। ਸਿੱਖ ਗੁਰੂ ਦਾ ਆਪਣੀ ਜਾਨ ਕੁਰਬਾਨ ਕਰ ਸਕਦਾ ਹੈ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਤੋਂ ਔਰ ਇਸ਼ਨਾਨ ਤੋਂ। ਇਤਿਹਾਸ ਕਹਿੰਦਾ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਰ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ, ਤੇ ਮਹਾਰਾਜ ਜੀ ਨੇ ਫਿਰ ਇੱਕ ਬਚਨ ਕੀਤਾ, ਕਹਿਣ ਲੱਗੇ ਜੈਤਾ ਜੀ ਮੰਗੋ ਕੁਝ, ਜੋ ਵੀ ਮੰਗੋਗੇ ਤੁਹਾਨੂੰ ਮਹਾਰਾਜ ਕਹਿੰਦੇ ਤਤਸ਼ੇਨੀ ਪ੍ਰਾਪਤ ਹੋਵੇਗਾ। ਬਾਬਾ ਜੀਵਨ ਸਿੰਘ ਜੀ ਦੇ ਜੀਵਨ ਵਿੱਚ ਲਿਖਿਆ ਹੈ, ਉਸ ਵੇਲੇ ਬਾਬਾ ਜੀਵਨ ਸਿੰਘ ਜੀ ਨੇ ਮੰਗਿਆ, ਕਹਿਣ ਲੱਗੇ ਮਹਾਰਾਜ ਜੇ ਤਰੁੱਠੇ ਹੋ, ਜੇ ਮਿਹਰ ਕਰਦੇ ਹੋ, ਫਿਰ ਕਿਰਪਾ ਕਰੋ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਤੇ ਇਸ਼ਨਾਨ ਦੀ ਆਗਿਆ ਦਿਓ ਸਾਨੂੰ। ਅਸੀਂ ਆਨੰਦਪੁਰ ਸਾਹਿਬ ਤੋਂ ਜੱਥਾ ਲੈ ਕੇ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਈਏ, ਮਹਾਰਾਜ ਇਸ਼ਨਾਨ ਕਰਕੇ ਆਈਏ ਅੰਮ੍ਰਿਤ ਸਰੋਵਰ ਦੇ ਵਿੱਚ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਆਏ। ਏਡੀ ਵੱਡੀ ਸੇਵਾ ਤੋਂ ਜੇ ਮੰਗਿਆ ਤੇ ਮੰਗਿਆ ਕੀ, ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਮੰਗੇ। ਫਿਰ ਬਾਬਾ ਜੀਵਨ ਸਿੰਘ ਸਾਹਿਬ ਜੀ ਇੱਥੇ ਆਏ, ਦਰਸ਼ਨ ਕੀਤੇ, ਇਸ਼ਨਾਨ ਕੀਤਾ। ਇੱਥੇ ਪੁਜਾਰੀਆਂ ਦੇ ਵਿੱਚ ਬੜੀ ਢਿੱਲ ਸੀ ਉਸ ਵੇਲੇ, ਜਿਹੜੇ ਪੁਜਾਰੀ ਸੇਵਾ ਕਰਦੇ ਸੀ ਨਾ, ਉਹਨਾਂ ਦੇ ਵਿੱਚ ਬੜੀ ਢਿੱਲ ਸੀ। ਇੱਥੇ ਆ ਕੇ ਫਿਰ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਉਹ ਵੀ ਸਾਰਾ ਸੁਧਾਰ ਕੀਤਾ। ਜਿਹੜੇ ਚੰਗੇ ਸੇਵਾਦਾਰ, ਉਹਨਾਂ ਦੀ ਡਿਊਟੀ ਲਾਈ, ਸਾਰਾ ਪ੍ਰਬੰਧ ਐਨ ਵਧੀਆ ਤਰੀਕੇ ਨਾਲ ਤੋਰ ਕੇ ਫਿਰ ਭਾਈ ਜੈਤਾ ਸਾਹਿਬ ਜੀ ਆਨੰਦਪੁਰ ਸਾਹਿਬ ਨੂੰ ਚਲੇ ਗਏ। ਤੇ ਮੈਨੂੰ ਹੁਕਮ ਹੋਇਆ ਸੀ ਗੁਰਮੁਖ ਪਿਆਰਿਆਂ ਦਾ ਵੀ ਕੱਲ ਨੂੰ ਯਤਨ ਕਰਨਾ ਹੈ। ਬਾਬਾ ਜੀਵਨ ਸਿੰਘ ਸਾਹਿਬ ਜੀ ਦਾ ਇਤਿਹਾਸ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਜਿੰਨੀ ਮਾਲਕ ਜੀ ਨੇ ਮੱਤ ਦਿੱਤੀ, ਉਸ ਥੋੜੀ ਮੱਤ ਅਨੁਸਾਰ ਵੱਡਿਆਂ ਦੀ ਮਹਾਨ ਗਾਥਾ, ਉਹਨਾਂ ਦੀ ਮਹਾਨ ਵਡਿਆਈ ਕਰਨ ਦਾ ਆਪਾਂ ਯਤਨ ਕੀਤਾ ਹੈ। ਜਿੱਥੇ ਗੁਰੂ ਦੀ ਵਡਿਆਈ ਨਹੀਂ ਕੋਈ ਕਰ ਸਕਦਾ ਪੂਰੀ, ਉੱਥੇ ਗੁਰੂ ਕੇ ਪਿਆਰਿਆਂ ਦੀ ਵਡਿਆਈ ਵੀ ਨਹੀਂ ਹੋ ਸਕਦੀ। ਤੇ ਬਚਨ ਸਨ ਮਹਾਰਾਜ ਜੀ ਦੇ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਝੱਖ ਝੱਖ ਆਵੇ ਜਾਵੇ। ਉਹ ਪਰਿਵਾਰ ਜੋ ਗੁਰੂ ਦਾ ਪਿਆਰਾ ਸੀ, ਅੱਜ ਗੁਰੂ ਦਾ ਸਾਰਾ ਹੀ ਪੰਥ ਪਰਿਵਾਰ ਉਸ ਮਹਾਨ ਪਰਿਵਾਰ ਨੂੰ ਸਤਿਕਾਰ ਦਿੰਦਾ ਹੈ। ਅੱਜ ਹਰ ਪਿੰਡ ਵਿੱਚ
ਹਰ ਸ਼ਹਿਰ ਵਿੱਚ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਨੇ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਆਓ ਇਹ ਬਚਨ ਪੜ੍ਹ ਕੇ ਫਿਰ ਆਨੰਦ ਸਾਹਿਬ ਜੀ ਦੇ ਪਾਠ ਕਰਕੇ ਅਰਦਾਸ ਵਿੱਚ ਜੁੜਾਂਗੇ। ਆਓ ਬੜੇ ਪਿਆਰ ਨਾਲ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। 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 ਵਾਹਿਗੁਰੂ 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 ਵਾਹਿਗੁਰੂ। 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 ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਸੋ ਸਤਿਗੁਰ ਪਿਆਰਾ ਸੋ ਸਤਿਗੁਰ 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 ਪਿਆਰਾ। ਮੇਰੇ ਨਾਲ ਹੈ 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 ਮੇਰੇ ਨਾਲ ਹੈ। ਮੇਰੇ ਨਾਲ ਹੈ ਮੇਰੇ ਨਾਲ ਹੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। 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 ਸੋ ਸਭਨਾ ਕਾ ਪਿਆਰਾ। ਸੋ ਸਭਨਾ ਕਾ ਪਿਆਰਾ। ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ। ਧੰਨਵਾਦ।